ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅੱਜ ਦੇ ਵਿਸ਼ੇ ਬਾਰੇ ਗੱਲ ਕਰਾਂ ਉਸ ਤੋਂ ਪਹਿਲੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਮੈਂ ਐਟ ਪ੍ਰੈਜ਼ੈਂਟ ਮੈਂ ਮੈਂਬਰ ਨਹੀਂ ਹਾਂ, ਮੈਂਬਰ ਰਿਹਾ ਔਰ ਮੈਂ ਗੁਰਮਤਿ ਕਾਲਜ ਦਾ ਚੇਅਰਮੈਨ ਰਿਹਾ। ਹੁਣ ਮੈਂ 2 ਸਾਲ ਤੋਂ ਛੱਡ ਦਿੱਤਾ ਹੈ। ਆਪਣੀ ਮੈਂ PhD ਕਰ ਰਿਹਾ ਸੀ, ਉਸ PhD ਨੂੰ ਮੈਂ ਕੰਪਲੀਟ ਕਰ ਲਿਆ। ਮੇਰਾ PhD ਦਾ ਜਿਹੜਾ ਵਿਸ਼ਾ ਸੀ ਉਹ ਹੈ ਕਿ ਮਾਨਵੀ ਵਿਕਾਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਯੋਗਦਾਨ। ਤੇ ਮੇਰੀ PhD ਹੁਣ ਕੰਪਲੀਟ ਹੋ ਗਈ ਹੈ। ਮੈਂ ਪ੍ਰੋਫੈਸਰ ਵੀ ਨਹੀਂ ਹਾਂ, ਬੜੀ ਛੇਤੀ ਡਾਕਟਰ ਹੋਣ ਵਾਲਾ। ਚਲੋ, ਅੱਜ ਦਾ ਜਿਹੜਾ ਵਿਸ਼ਾ ਹੈ ਇਹ ਦਸਵੰਤ ਦਾ ਰਿਸਪੌਂਸਿਬਲ ਯੂਜ਼ ਕਿਵੇਂ ਹੋਏ, ਇੱਕ ਆਦਰਸ਼ਕ ਯੂਜ਼ ਕਿਵੇਂ ਹੋਏ। ਔਰ ਇਹ ਸਾਡੇ ਸਿੱਖੀਜ਼ਮ ਵਿੱਚ, ਸਿੱਖੀ ਵਿੱਚ ਇਹ ਇੱਕ ਸਿਧਾਂਤ ਦਸਵੰਤ ਦਾ ਸਾਡੇ ਪੰਜਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ। ਮੈਂ ਗੱਲ ਨੂੰ ਆਪਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਇਹ ਦੱਸਣਾ ਚਾਹਾਂਗਾ, ਜਾਂ ਮੈਂ ਚਾਹਾਂਗਾ ਕਿ ਇਸ ਨੂੰ ਸੋਚੀਏ ਅਸੀਂ ਕਿ ਅਧਿਆਤਮਕ ਪੂਰਵਜਾਂ ਦੇ ਜਿਹੜੇ ਵਿਚਾਰ ਨੇ ਉਹ ਕਦੇ ਵੀ ਪੁਰਾਣੇ ਨਹੀਂ ਹੁੰਦੇ ਤੇ ਨਾ ਹੋ ਸਕਦੇ ਨੇ। ਜ਼ਰੂਰਤ ਪੁਰਾਤਨ ਨੂੰ ਪੁਨਰ ਜੀਵਤ ਕਰਨ ਦੀ ਹੈ ਔਰ ਨਵੇਂ ਬਾਰੇ ਗਿਆਨ ਹਾਸਲ ਕਰਨ ਦੀ ਹੈ। ਔਰ ਜਿਹੜੇ ਸਾਡੇ ਅਧਿਆਤਮਕ ਪੂਰਵਜਾਂ ਨੇ ਦਾ ਜਿਹੜਾ ਕਰਜ਼ ਹੈ ਸਾਡੇ ਤੇ, ਉਹ ਅਸੀਂ ਉਹਨਾਂ ਦਾ ਅਧਿਐਨ ਕਰਕੇ, ਉਹਨਾਂ ਦੀ ਸਟੱਡੀ ਕਰਕੇ, ਉਸ ਤੇ ਅਮਲ ਕਰਕੇ ਅਸੀਂ ਉਤਾਰ ਸਕਦੇ ਹਾਂ। ਜੇ ਹੁਣ ਮੈਂ ਗੱਲ ਸ਼ੁਰੂ ਕਰਾਂ ਤੇ ਮਨੁੱਖੀ ਜੀਵਨ ਨੂੰ ਵੱਖ-ਵੱਖ ਪੱਧਰਾਂ ਉੱਤੇ ਕਿਵੇਂ ਸੰਗਠਿਤ ਕੀਤਾ ਜਾਵੇ ਤਾਂ ਕਿ ਮਨੁੱਖੀ ਜੀਵਨ ਦਾ ਸਰਵਪੱਖੀ ਵਿਕਾਸ ਹੋ ਸਕੇ, ਤਾਂ ਇਸ ਪ੍ਰਸੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਬੜਾ ਮਹੱਤਵਪੂਰਨ ਯੋਗਦਾਨ ਹੈ। ਗੁਰੂ ਨਾਨਕ ਪਾਤਸ਼ਾਹ ਨੇ ਐਸੇ ਸਮਾਜ ਦੀ, ਇੱਕ ਐਸੀ ਸੁਸਾਇਟੀ ਦੀ ਸਿਰਜਣਾ ਕਰਨ ਦਾ ਪ੍ਰਯਾਸ ਕੀਤਾ ਜੋ ਲਰਨਡ ਹੋਵੇ, ਭਾਵ ਗਿਆਨਵਾਨ ਹੋਵੇ, ਜੋ ਅਵੇਕਨਡ ਹੋਵੇ, ਜਾਗਰਤ ਹੋਵੇ, ਜੋ ਡਿਵੈਲਪਡ ਹੋਵੇ, ਵਿਕਸਿਤ ਹੋਵੇ। ਔਰ ਇਹੋ ਜਿਹੇ ਸਮਾਜ ਦਾ ਰੋਡ ਮੈਪ ਪਾਤਸ਼ਾਹ ਨੇ 15ਵੀਂ ਸ਼ਤਾਬਦੀ ਵਿੱਚ ਤਿਆਰ ਕਰ ਲਿਆ। ਇਸ ਲਰਨਿੰਗ ਤੇ ਅਵੇਕਨਿੰਗ ਸੁਸਾਇਟੀ ਨੂੰ ਕ੍ਰੀਏਟ ਕਰਨ ਲਈ, ਜਾਂ ਮੈਂ ਕਹਿ ਲਵਾਂ ਸਿਰਜਣਾ ਕਰਨ ਲਈ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਬੜਾ ਗਜ਼ਬ ਦਾ, ਬੜਾ ਨਵੇਕਲਾ ਮਾਡਲ ਦਿੱਤਾ। ਔਰ ਉਹ ਸੀ ਗਾਲ ਖਾਏ ਕਿਛ ਹੱਥੋਂ ਦੇ। ਹੁਣ ਇਸ ਸਿਧਾਂਤ ਨੂੰ ਸਮਝੀਏ ਕਿ ਮਨੁੱਖ ਦੀ ਅੰਤਰਦ੍ਰਿਸ਼ਟੀ ਤੇ ਬਾਹਰੀ ਦ੍ਰਿਸ਼ਟੀ, ਜਿਹੜੇ ਤਿੰਨ ਸਿਧਾਂਤ ਜਿਹੜੇ ਮੈਂ ਸਮਝ ਸਕਦਾ ਕਿ ਮੈਨੀਫੈਸਟੋ ਆਫ ਸਿੱਖੀਜ਼ਮ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਇਹਨੂੰ ਸਮਝੀਏ ਕਿ ਮਨੁੱਖ ਦੀ ਅੰਤਰਦ੍ਰਿਸ਼ਟੀ ਤੇ ਬਾਹਰੀ ਦ੍ਰਿਸ਼ਟੀ। ਅੰਤਰਦ੍ਰਿਸ਼ਟੀ ਕੀ ਹੈ? ਨਾਮ ਜਪਣਾ। ਬਾਹਰੀ ਦ੍ਰਿਸ਼ਟੀ ਕੀ ਹੈ? ਕਿਰਤ ਕਰਨਾ ਤੇ ਵੰਡ ਛਕਣਾ। ਇਹ ਆਪਸ ਦੇ ਵਿੱਚ ਇੰਟਰਕਨੈਕਟਡ ਕਰਨੇ, ਕਿਰਿਆਮਤ ਹੋ ਜਾਣੇ, ਤਾਂ ਫਿਰ ਨਾਨਕ ਭਗਤਾਂ ਸਦਾ ਵਿਗਾਸ ਦਾ, ਜਾਂ ਨਾਨਕ ਵਿਕਸੇ ਵੇ ਪ੍ਰਵਾਹ ਵਾਲਾ ਅਨੁਭਵ ਹੋ ਜਾਂਦਾ ਹੈ। ਔਰ ਇੱਥੇ ਸਮਝਣਾ, ਇੱਥੇ ਗੁਰੂ ਨਾਨਕ ਸਾਹਿਬ ਨੇ ਵਿਗਾਸ ਸ਼ਬਦ ਯੂਜ਼ ਕੀਤਾ, ਵਿਕਾਸ ਨਹੀਂ। ਇੱਥੇ ਇਸ ਗੱਲ ਨੂੰ ਸਮਝਣਾ ਕਿ ਜਿਹੜਾ ਵਿਕਾਸ ਦਾ ਗਿਆਨ ਸ਼ਾਸਤਰ ਹੈ ਉਹ ਹੋਰ ਹੈ ਤੇ ਵਿਗਾਸ ਦਾ ਗਿਆਨ ਸ਼ਾਸਤਰ ਹੋਰ ਹੈ। ਵਿਗਾਸ ਦੇ ਅਰਥ ਬੜੇ ਵਸੀਹ ਨੇ। ਵਿਗਾਸ ਤੇ ਵਿਕਾਸ ਦੇ ਨਾਲ, ਜਿਹੜਾ ਵਿਗਾਸ ਹੈ ਉਹਦੇ ਵਿੱਚ ਵਿਕਾਸ ਦੇ ਨਾਲ ਨਾਲ ਅੰਦਰੂਨੀ ਖੇੜਾ ਵੀ ਹੁੰਦਾ ਹੈ। ਯਾਨੀ ਵਿਕਾਸ ਜਿਹੜਾ ਹੈ ਇਹ ਮਾਈਕਰੋ ਇਕਨੋਮਿਕਸ ਹੈ ਔਰ ਵਿਗਾਸ ਜਿਹੜਾ ਇਹ ਮੈਕਰੋ ਇਕਨੋਮਿਕਸ ਹੈ। ਵਿਗਾਸ ਦੇ ਵਿੱਚ ਸੌਂਦਰੇ ਦਰਸ਼ਨ ਹੈ, ਸੌਂਦਰੇ ਅਨੁਭਵ ਸ਼ਾਮਲ ਹੁੰਦਾ ਹੈ। ਔਰ ਗੁਰੂ ਸਾਹਿਬ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਭਾਵ ਮੈਕਰੋ ਇਕਨੋਮਿਕਸ ਦੇ ਨਾਲ ਯੂਨੀਵਰਸਲ ਵੈਲਫੇਅਰ ਤੇ ਯੂਨੀਵਰਸਲ ਕੰਸਰਨ ਦਾ ਜਿਹੜਾ ਸਾਨੂੰ ਐਸਾ ਇੱਕ ਸਿਧਾਂਤ ਦੇ ਦਿੱਤਾ, ਜਿਹੜਾ ਸਿੱਖ ਸੱਭਿਆਚਾਰ ਦਾ ਹਿੱਸਾ ਬਣ ਕੇ ਦੁਨੀਆ ਨੂੰ ਇੱਕ ਨਵਾਂ ਵਿਕਾਸ ਮਾਡਲ ਦਿੱਤਾ। ਦੇਖੋ, ਗੁਰੂ ਨਾਨਕ ਸਾਹਿਬ ਤੋਂ ਸਿੱਖੀ ਸ਼ੁਰੂ ਹੁੰਦੀ ਹੈ ਔਰ ਇੱਕ ਲਹਿਰ ਦਾ ਰੂਪ ਬਣ ਜਾਂਦੀ ਹੈ। ਸਿੱਖ ਲਹਿਰ ਵਿਕਸਿਤ ਹੁੰਦੀ ਗਈ। ਜਿਸ ਤਰ੍ਹਾਂ ਵਿਕਸਿਤ ਹੁੰਦੀ ਗਈ ਉਸੇ ਤਰ੍ਹਾਂ ਪਦਾਰਥਾਂ ਦੀ, ਧਨ ਦੀ, ਸਹੂਲਤਾਂ ਦੀ ਜ਼ਰੂਰਤ ਸ਼ੁਰੂ ਹੋ ਗਈ। ਔਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੇਵਲ ਧਾਰਮਿਕ ਕਿਰਿਆਵਾਂ ਵਾਲੀ ਨਹੀਂ ਪ੍ਰੇਰਿਆ, ਬਲਕਿ ਆਪਣੇ ਸੇਵਕਾਂ ਨੂੰ ਦੁਨਿਆਵੀ ਲੋੜਾਂ ਵੱਲ ਵੀ ਧਿਆਨ ਦਿੱਤਾ। ਔਰ ਅਗਰ ਅਸੀਂ ਇਤਿਹਾਸ ਪੜ੍ਹੀਏ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਕਸਬਿਆਂ, ਸ਼ਹਿਰਾਂ ਵਿੱਚ
भावें वो पानी की पूर्ति होवे, बोलियां होण, खूह बनवाए, कस्बे बनवाए, गोइंदवाल, अमृतसर, आनंदपुर साहब वर्गे शहर वसाए, कीरतपुर शहर वसाए। यानी अध्यात्मकता दे नाल नाल समाजिक क्रांति का भी आगाज जिहड़ा है वो साडे गुरु साहबान ने या सिखिज्म ने दे विच शुरू होया। और फिर सरबत दे भले लई जिहड़ा सिद्धांत दिता, सरबत दा भला ते सरबत नाल सरोकार, वंड छकना ते सरबत दे भले तो ही ये दसवंत दा सिद्धांत जिहड़ा है ये मैं समझदा कि इहदा शुरुआत या इहदी नींह रखी गई। हर कौम दा, हर धर्म या जथेबंदी अपने उद्देश विच सफल होने लई अपने अनुयायियों के सहयोग ते निर्भर होती है। और जिस तरह इस्लाम दे वाधे लई आमदन दा एक हिस्सा देना लाजमी है, जिसनूं ज़कात दा नियम कहंदे ने, इसे तरह सिੱਖੀ ਵਿੱਚ ਸਰਬੱਤ ਦੇ ਭਲੇ ਲਈ, ਮਨੁੱਖਤਾ ਦੇ ਭਲੇ ਲਈ ਤਨ ਮਨ ਤੇ ਧਨ ਦੇ ਯੋਗਦਾਨ ਦੀ ਗੱਲ ਹੈ। ਔਰ ਦਸਵੰਸ ਉਸ ਯੋਗਦਾਨ ਦਾ ਇੱਕ ਬੜਾ ਖੂਬਸੂਰਤ ਸਿਧਾਂਤ ਹੈ। ਔਰ ਇਸ ਤਰ੍ਹਾਂ ਦਸਵੰਤ ਇੱਕ ਬੜਾ ਨਿਵੇਕਲਾ ਤੇ ਨਿਆਰਾ ਸੰਕਲਪ ਹੈ। ਅਸੀਂ ਇਸ ਨੂੰ ਇਹ ਸਮਝਣਾ ਹੈ। ਔਰ ਥੋੜਾ ਜਿਹਾ ਇਸ ਨੂੰ ਵੀ ਸਮਝੀਏ ਕਿ ਆਮ ਦਸਵੰਤ ਤੇ ਸਿਧਾਂਤ ਨੂੰ ਆਮ ਤੌਰ ਤੇ ਦਾਨ ਨਾਲ ਵੀ ਜੋੜ ਦਿੱਤਾ ਜਾਂਦਾ ਹੈ। ਦਾਨ ਕਿਸੇ ਨੂੰ ਮਦਦ ਵਜੋਂ ਦਿੱਤਾ ਜਾਂਦਾ ਹੈ। ਦਾਨ ਦੇਣ ਨਾਲ ਵੇਲੇ ਵਾਲੇ ਦੇ ਮਨ ਵਿੱਚ ਸੁਪੀਰੀਅਰਿਟੀ ਕੰਪਲੈਕਸ ਆ ਜਾਂਦੀ ਹੈ ਔਰ ਲੈਣ ਵਾਲੇ ਦੇ ਵਿੱਚ ਇਨਫੀਰੀਅਰਿਟੀ ਕੰਪਲੈਕਸ ਆ ਜਾਂਦੀ ਹੈ, ਉਹਦੀ ਸੰਭਾਵਨਾ ਹੁੰਦੀ ਹੈ। ਇਸ ਲਈ ਗੁਰਮਤ ਵੀ ਇਸ ਸਮੱਸਿਆ ਨੂੰ ਬੜੇ ਸੁੰਦਰ ਢੰਗ ਨਾਲ ਨਜਿੱਠਿਆ ਗਿਆ ਕਿ ਹਰ ਇੱਕ ਨੂੰ ਇਹ ਉਪਦੇਸ਼ ਕੀਤਾ ਗਿਆ ਕਿ ਕਿਸੇ ਨੂੰ ਦਾਨ ਦੇਣ ਦੀ ਬਜਾਏ ਦਸਵੰਤ ਜਿਹੜਾ ਉਹ ਭੇਟ ਕਰੋ। ਦਸਵੰਤ ਭਾਵ ਆਪਣੀ ਕਮਾਈ ਦਾ 10ਵਾਂ ਹਿੱਸਾ, ਇਹ ਗੁਰੂ ਦੇ ਅਰਥ ਖਰਚਣਾ ਹੈ। ਤੇ ਦਾਨ ਵਿਅਕਤੀਗਤ ਹੈ, ਦਸਵੰਤ ਸੰਸਥਾਗਤ ਇੰਸਟੀਟਿਊਸ਼ਨਲ ਬਣ ਗਿਆ, ਜਿਸ ਦਾ ਆਧਾਰ ਹੈ ਗਰੀਬ ਦਾ ਮੂੰਹ, ਗੁਰੂ ਦੀ ਗੋਲਕ। ਹੁਣ ਦਸਵੰਧ ਦੇ ਜਦੋਂ ਮੈਂ ਦਸਵੰਧ ਦਾ ਇਤਿਹਾਸ ਦੱਸ ਰਿਹਾ ਤੇ ਇਹ ਜਦੋਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਮੈਂ ਤੀਜੇ ਪਾਤਸ਼ਾਹ ਦੀ ਗੱਲ ਕਰਾਂ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਸੰਕਲਪ ਸ਼ੁਰੂ ਕੀਤਾ ਤੇ ਗੋਇੰਦਵਾਲ ਜਦੋਂ ਬਹੁਤ ਜ਼ਿਆਦਾ ਸੰਗਤਾਂ ਆਣੀਆਂ ਸ਼ੁਰੂ ਹੋ ਗਈਆਂ ਤਾਂ ਗੁਰੂ ਅਮਰਦਾਸ ਜੀ ਨੇ ਮੰਜੀ ਸਿਸਟਮ शुरू किया, जिहदे 22 केंद्र बनाए गए और वो हर मंजी ते एक और जिहड़ा हैड बनाया संगतिया, उसनूं संगतिया कहा गया। सिक्खी नूं एक्सपेंड करना शुरू कर दिता तीजे पातशाह ने। और फिर पंजवें पातशाह ने जो है गुरु अर्जन पातशाह ने वो दसवंत प्रथा दी जिहड़ी शुरुआत गुरु पंजवें पातशाह तो शुरू होंदी है। और ये जिहड़े संगतीए गुरु अमरदास जी ने बनाए सी, इन्हां नूं ही दसवंत कुलैक्ट करन दी जिम्मेदारी लई। और इस तरह मैं कह सकदा कि गुरु नानक साहब जी दे वंड छकन दा साकार रूप दसवंत है। और गुरु अर्जन साहब ने जो शुरू किया है तो ये जिहड़े संगतीए नूं अपग्रेड करके मसंदां दा ओहदा बना दिता। हुण अज मसंद नूं विलियन ते असीं समझदे हां, लेकिन मसंद पर्शियन दे विच जिहड़ा मसंद दा मतलब है मुसानाद तो इस शब्द तो आया, जिस दा मतलब हुंदा नोबल, श्रेष्ठ। ये बाद की गल है कि 10वें पातशाह टाइम जो ये करप्ट हो गए तो फिर मसंदा नूं उन्होंने जो है मनफी करके ते मसंदा की जगह ते उन्होंने कहा कि कोई विचोला नहीं होगा, हुण खालसा की एक संस्था बनी। एक गल मैनूं लगदा है कि मैं इसलिए थोड़ा जिहा क्योंकि मैं गुरु ग्रंथ साहिब का स्टूडेंट हाँ ते मैं ये समझदा कि इसनूं आपां थोड़ा जिहा स्पिरिचुअलिटी नाल समझीए, जिहड़ा साडा अज दा विषय है। देखो, गुरु शब्द ते संगत ये सिक्खी दे विकास दे 3 इंटरकनैक्टेड जिहड़े ने 3 मुख थंब ने, पिलर्स ने। एक दूजे तो अलग नहीं हो सकते, ना कीते जा सकते ने, ना हो सकते ने। ये सिक्खी दे मैं कह लवां, खालसे दे कह लवां, ये सैभंग गुण ने तीनों। और इन्हों तीनों संकल्पां दा जिहड़ा दुर है वो साडी गुरुद्वारा संस्था है, साडी गुरुद्वारा इंस्टीट्यूशन है। ते असी दसवंत नूं इंडिविजुअल लोड़वंदां नूं भी दे सकते हैं, जरूर उन्हां दी मदद करिए, कर सकते हैं, क्योंकि पर गुरु दी गोलक गरीब दा मूंह जिहड़ा मैं कह लवां जिहड़ा फ्रेज असी बोलदे हां, ये गुरुद्वारा कमेटी दी या गुरुद्वारा संस्था दी गोलक तो भाव है इहदा। और इस संस्था नूं कदी खत्म नहीं किया जा सकता। गुरुद्वारा सिक्खी जीवन जाच दा सोमा है गुरुद्वारा संस्था। और इनू
ਥੋੜਾ ਜਿਹਾ ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ ਤੇ ਦੂਜੇ ਧਰਮਾਂ ਦੇ ਧਾਰਮਿਕ ਸਥਾਨਾਂ ਵਾਂਗ ਇਹ ਕੇਵਲ ਪੂਜਾ ਪਾਠ ਦੇ ਸਥਾਨ ਨਹੀਂ ਨੇ, ਬਲਕਿ ਇਹ ਧਾਰਮਿਕ, ਸਮਾਜਿਕ ਔਰ ਵਿਦਿਅਕ ਅਤੇ ਸੱਭਿਆਚਾਰਕ ਕੇਂਦਰ ਵੀ ਨੇ। ਇਸ ਲਈ ਗੁਰਦੁਆਰਾ ਦੇ ਨਾਲ ਜੁੜੀ ਸੰਗਤ ਇੱਕ ਗਲੋਬਲ ਨੈਟਵਰਕ ਬਣ ਗਿਆ, ਇੱਕ ਗਲੋਬਲ ਨੈਟਵਰਕ ਖੜਾ ਹੋ ਗਿਆ ਇਸ ਸੰਸਥਾ ਦੇ ਨਾਲ। ਔਰ ਇਹ ਗਲੋਬਲ ਨੈਟਵਰਕ ਇੱਕ ਕਰਤਾਰੀ ਸ਼ਕਤੀ ਹੈ ਜਿਸ ਨਾਲ ਅਸੀਂ ਦੁਨੀਆ ਦੇ ਵਿੱਚ ਇੱਕ ਬੜਾ ਰਿਸਪੈਕਟੇਬਲ ਸਥਾਨ ਪ੍ਰਾਪਤ ਕਰ ਸਕਦੇ ਹਾਂ। ਅਸੀਂ ਆਪਣੀ ਜਨਰੇਸ਼ਨ ਨੂੰ, ਆਪਣੀ ਪਨੀਰੀ ਨੂੰ, ਆਪਣੇ ਸੱਭਿਆਚਾਰ ਤੇ ਵਿਦਿਆ ਨਾਲ, ਆਪਣੇ ਇਸ਼ਟ, ਆਪਣੀ ਭਾਸ਼ਾ ਨਾਲ ਜੋੜਨ ਲਈ ਗੁਰਦੁਆਰਾ ਸੰਸਥਾ ਦਾ ਬੜਾ ਅਹਿਮ ਯੋਗਦਾਨ ਹੈ। ਔਰ ਸਾਡਾ ਸਿਧਾਂਤ ਗੁਰੂ ਗ੍ਰੰਥ ਤੇ ਗੁਰੂ ਪੰਥ, ਇਸ ਨੂੰ ਕਾਇਮ ਰੱਖਣ ਲਈ ਗੁਰਦੁਆਰਾ ਸੰਸਥਾ ਦਾ ਹੋਣਾ ਔਰ ਇਸ ਦਾ ਵਿਕਾਸ, ਇਸ ਸੰਸਥਾ ਦਾ ਵਿਕਾਸ ਬਹੁਤ ਜ਼ਰੂਰੀ ਹੈ। ਔਰ ਇਹ ਵਿਕਾਸ ਦਸਵੰਤ ਦੇ ਉੱਤੇ ਨਿਰਭਰ ਹੈ। ਜੇਕਰ ਅਸੀਂ ਸਿੱਖੀ ਦਾ ਭਵਿੱਖ, ਸਿੱਖੀ ਦਾ ਫਿਊਚਰ ਸੁਰੱਖਿਅਤ ਦੇਖਣਾ ਚਾਹੁੰਦੇ ਹਾਂ ਤਾਂ ਇਸ ਸੰਸਥਾ ਨੂੰ, ਇਸ ਸੰਸਥਾ ਦੇ ਮੈਨੇਜਮੈਂਟ ਨੂੰ ਆਦਰਸ਼ ਬਣਾਉਣਾ ਪਏਗਾ, ਆਈਡੀਅਲ ਬਣਾਉਣਾ ਪਏਗਾ। ਔਰ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ। ਤੇ ਗੁਰਦੁਆਰਾ ਸੰਸਥਾ ਚੱਲਣੀ ਹੈ ਦਸਵੰਤ ਨਾਲ। ਗੁਰਦੁਆਰਾ ਸੰਸਥਾ ਨੂੰ ਚਲਾਉਣ ਦਾ ਵੱਡਾ ਸਾਧਨ ਦਸਵੰਤ ਹੈ। ਇਹੀ ਸਾਡਾ, ਮੈਨੂੰ ਲੱਗਦਾ ਕਿ ਅੱਜ ਦਾ ਵਿਸ਼ਾ ਹੈ। ਅਸੀਂ ਇਸੇ ਤੋਂ ਹੀ ਚਿੰਤਨ ਕਰਨਾ ਹੈ। ਔਰ ਅਜੋਕੇ ਸਮੇਂ ਦਸਵੰਤ ਦੀ ਸਹੀ ਵਰਤੋਂ ਕਿਵੇਂ ਹੋਵੇ, ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਉਸ ਬਾਰੇ ਅਸੀਂ ਵਿਚਾਰ ਕਰਦੇ ਹਾਂ। ਕਹਿੰਦੇ ਨੇ ਕਿ ਇਤਿਹਾਸ ਕਿਸੇ ਵੀ ਸਮਾਜ ਨਾਲ, ਕੌਮ ਨਾਲ ਸੰਬੰਧਿਤ ਹੋਵੇ, ਉਸ ਤੋਂ ਸੇਧ ਲੈਣੀ ਚਾਹੀਦੀ ਹੈ। ਔਰ ਮੈਂ ਛੋਟੀ ਜਿਹੀ ਉਦਾਹਰਨ ਦਿਆਂ ਕਿ ਲਗਭਗ 2700 ਸਾਲ ਦੀ ਜਦੋਜਹਿਦ ਤੋਂ ਬਾਅਦ ਯਹੂਦੀਆਂ ਨੂੰ ਆਪਣੀ ਛੋਟੀ ਜਿਹੀ ਅਲੱਗ ਪਹਿਚਾਣ ਦੀ ਜਗ੍ਹਾ ਮਿਲੀ, ਯਾਨੀ ਇਜ਼ਰਾਈਲ। ਤਾਂ ਦੁਨੀਆ ਭਰ ਦੇ ਯਹੂਦੀਆਂ ਨੇ ਅਰਬਾਂ ਰੁਪਏ ਇਕੱਠੇ ਕਰਕੇ ਉਹਨਾਂ ਦੇ ਜਿਹੜੇ ਰਿਲੀਜੀਅਸ ਹੈਡ ਨੇ ਉਹਨਾਂ ਨੂੰ ਦਿੱਤੇ ਕਿ ਇੱਕ ਐਸਾ ਧਾਰਮਿਕ ਸਥਾਨ ਬਣਾਇਆ ਜਾਵੇ ਜਿਸ ਦਾ ਦੁਨੀਆ ਦੇ ਵਿੱਚ ਕੋਈ ਸਾਨੀ ਨਾ ਹੋਵੇ। ਪਰ ਉਸ ਲੀਡਰਸ਼ਿਪ ਨੇ ਧਾਰਮਿਕ ਸਥਾਨ ਤੋਂ ਜ਼ਿਆਦਾ ਦੇਸ਼ ਵਿੱਚ ਟੈਕਨੋਲੋਜੀ ਤੇ ਉਸ ਦੇ ਮਿਆਰ ਦੀਆਂ ਸਿੱਖਿਆ ਸੰਸਥਾਵਾਂ ਦਾ ਜਾਲ ਵਿਛਾ ਦਿੱਤਾ। ਔਰ ਅਸੀਂ ਅੱਜ ਦੇਖਦੇ ਹਾਂ ਕਿ ਅੱਜ ਹਰ ਯਹੂਦੀ, ਔਰ ਨਾਲ ਦੇ ਨਾਲ ਇਹ ਸੰਸਥਾਵਾਂ ਤਾਂ ਵਿਛਾਈਆਂ, ਨਾਲ ਦੇ ਨਾਲ ਹਰ ਯਹੂਦੀ ਬੱਚੇ ਨੂੰ ਜਿਨ੍ਹਾਂ ਨੇ ਐਡਮਿਸ਼ਨ ਲੈਣਾ, ਉਹਨਾਂ ਨੂੰ ਆਪਣੀ ਬੋਲੀ, ਆਪਣਾ ਸੱਭਿਆਚਾਰ, ਆਪਣਾ ਧਰਮ ਤੇ ਕੌਮ ਪ੍ਰਸਤੀ ਦਾ ਵਚਨਬੱਧਤਾ ਦਾ ਇੱਕ ਨਾਲ ਦੇ ਨਾਲ ਉਹਨਾਂ ਕੋਲੋਂ ਪ੍ਰੋਮਿਸ ਲਿਆ। ਔਰ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਨਾ ਕੋਈ ਉੱਥੇ ਅਨਇੰਪਲੋਇਡ ਹੈ ਅਤੇ ਨਾ ਕੋਈ ਅਨਐਜੂਕੇਟਿਡ ਹੈ। ਜ਼ਰੂਰਤ ਸਿਰਫ ਗਿਆਨ ਪ੍ਰਾਪਤ ਕਰਨ ਦੀ ਨਹੀਂ ਹੁੰਦੀ, ਬਲਕਿ ਅਗਿਆਨਤਾ ਨੂੰ ਦੂਰ ਕਰਨਾ ਵੀ ਹੁੰਦਾ ਹੈ। ਔਰ ਅਸੀਂ ਦਸਵੰਤ ਦੇ, ਮੈਂ ਆਪਣੇ ਸਿਸਟਮ ਦੀ ਗੱਲ ਕਰ ਰਿਹਾ, ਅਸੀਂ ਦਸਵੰਤ ਦੇ ਅਰਬਾਂ ਰੁਪਏ ਸਿਰਫ ਲੰਗਰਾਂ ਵਿੱਚ, ਗੁਰਪੁਰਬਾਂ ਵਿੱਚ, ਨਗਰ ਕੀਰਤਨਾਂ ਵਿੱਚ ਖਰਚ ਕਰ ਰਹੇ ਹਾਂ। ਔਰ ਅੱਜ ਜਦੋਂ ਮੈਨੂੰ ਇਹ ਟੌਪਿਕ ਦਿੱਤਾ ਗਿਆ ਤਾਂ ਮੈਂ, ਉਹ ਇੱਕ ਗੁਰਬਾਣੀ ਦਾ ਫਰਮਾਨ ਹੈ, ਜਾਗਤ ਸੂਤਾ ਬਰਮ ਵਿਗੂਤਾ, ਕਿ ਅਸੀਂ ਜਾਗੇ ਹੋਏ, ਸੋਏ ਹੋਏ ਹਾਂ ਬਰਮਾ ਦੇ ਵਿੱਚ। ਮੇਰੇ ਲਈ ਦੁਬਿਧਾ ਇਹੀ ਹੈ ਕਿ ਜੋ ਦਿਸਦਾ ਉਹਨੂੰ ਦਿਸਣੋਂ ਕਿਵੇਂ ਹਟਾਵਾਂ, ਜੋ ਸਮਝਿਆ ਨਹੀਂ, ਜੋ ਜਾਣਿਆ ਨਹੀਂ, ਜੋ ਪਹਿਚਾਣਿਆ ਨਹੀਂ, ਉਸ ਨੂੰ ਸੱਚ ਕਿਵੇਂ ਮੰਨੀਏ। ਉਹ ਹੈ ਨਾ ਗੁਰਬਾਣੀ ਦਾ ਫਰਮਾਨ, ਦਾਰ ਦੇਖ ਸਭ ਕੋ ਹਸੇ, ਐਸੀ ਦਸ਼ਾ ਹਮਾਰੀ। ਸੱਚ ਜਾਣਨਾ, ਵੀ ਆਰ ਬੀਇੰਗ ਵਾਚਡ ਐਂਡ ਵੀ ਆਰ ਬੀਇੰਗ ਆਬਜ਼ਰਵਡ। ਦੁਨੀਆ ਸਾਡੀ ਜਿਹੜੀ ਕੌਮੀ ਗਰੀਬੀ ਦੇ ਉੱਤੇ ਕਈ ਵਾਰ ਅਸੀਂ ਹਾਸੇ ਦਾ, ਮਜ਼ਾਕ ਦਾ ਵੀ ਜੋ ਹੈ ਬਣ ਜਾਂਦੇ ਹਾਂ ਹਿੱਸਾ। ਇਸ ਲਈ ਕਿ ਸਾਨੂੰ ਵਿਰਸੇ ਤੋਂ ਟੁੱਟੀ ਹੋਈ ਆਪਣੀ ਜਨਰੇਸ਼ਨ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਹੈ। ਔਰ ਇਹ ਜਿਹੜੀ ਸੰਸਥਾ ਦਾ ਨਿਰਮਾਣ ਵੀ ਸ਼ਾਇਦ ਇਸ ਚਿੰਤਨ ਤੋਂ, ਇਸ ਚਿੰਤਾ ਤੋਂ ਹੋਇਆ। ਔਰ ਜੇ ਆਪਣੀ ਜਨਰੇਸ਼ਨ ਨੂੰ ਆਪਣੇ ਨਾਲ ਰੱਖਣਾ ਹੈ, ਆਪਣੇ ਨਾਲ ਜੋੜਨਾ ਹੈ, ਤਾਂ ਜਿਸ ਤਰ੍ਹਾਂ ਦੁਨੀਆ ਸੋਚਦੀ ਹੈ, ਕਹਿੰਦੇ ਨੇ ਕਿ ਸਾਨੂੰ ਵੀ ਉਵੇਂ ਸੋਚਣਾ ਚਾਹੀਦਾ ਹੈ, ਪਰ ਸਾਨੂੰ ਤਾਂ ਕੁਝ ਅਲੱਗ ਸੋਚਣਾ ਚਾਹੀਦਾ ਸੀ, ਜੋ ਅਸੀਂ ਸੋਚ ਨਹੀਂ ਪਾ ਰਹੇ। ਕਾਰਨ ਇਹ ਹੈ ਕਿ ਅਸੀਂ ਆਪਣੀ ਫਿਲਾਸਫੀ ਤੋਂ, ਆਪਣੀ ਸਿਧਾਂਤਾਂ ਤੋਂ ਦੂਰ ਹੋ ਗਏ। ਸਾਡੇ ਨਗਰ ਕੀਰਤਨ, ਸਾਡੇ ਲੰਗਰ ਫੂਡ ਫੈਸਟੀਵਲ ਬਣ ਚੁੱਕੇ ਨੇ। ਔਰ ਗੁਰੂ ਨਾਨਕ ਸਾਹਿਬ, ਜੇ ਪੜ੍ਹਿਆ ਹੋਵੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਨੇ ਤਾਂ ਮਲਕ ਭਾਗੋ ਵੱਲ ਗਏ ਨਹੀਂ, ਤੇ ਅੱਜ ਉਹਨ ਜੋ ਲੰਗਰਾਂ ਦਾ ਤੇ ਨਗਰ ਕੀਰਤਨਾਂ ਦਾ ਅਸੀਂ ਦੇਖਦੇ ਹਾਂ। ਸੱਚ ਜਾਣਨਾ, ਅਸੀਂ ਵਿਖਾਵਿਆਂ ਦੇ ਚੁੰਗਲ ਵਿੱਚ ਫਸ ਗਏ ਹਾਂ। ਉਹ ਸਾਨੂੰ ਦੁਨੀਆ ਵੇਖ ਰਹੀ ਹੈ ਕੌਮੀ ਤੌਰ ਤੇ। ਸ਼ਾਇਦ ਲੱਗਦਾ ਹੈ ਕਿ ਅਸੀਂ ਜਿਵੇਂ ਵਿਖਾਵਿਆਂ ਕਰਨ ਵਾਲੀ ਕੌਮ ਬਣ ਚੁੱਕੇ ਹਾਂ। ਔਰ ਧਿਆਨ ਰੱਖੀਏ ਕਿ ਜਿਸ ਦੌਰ 'ਚ ਅਸੀਂ ਜੀ ਰਹੇ ਹਾਂ,
ਸਾਨੂੰ ਸੋਚ ਸਮਝ ਕੇ ਧਿਆਨਦਾਰੀ ਨਾਲ ਚੱਲਣਾ ਪਏਗਾ। ਉਹ ਗੁਰੂ ਨਾਨਕ ਸਾਹਿਬ ਨੇ ਕਿੰਨਾ ਖੂਬਸੂਰਤ ਫਰਮਾਨ ਵੀ ਹੈ, ਅਕਲੀ ਪੜ੍ਹ ਕਰ ਬੂਝੀਏ ਅਕਲੀ ਕੀਚੇ ਦਾਨ। ਮੈਂ ਸਿਰਫ ਇਸ ਲਈ ਇਹ ਗੱਲ ਕਰ ਰਿਹਾ ਕਿ ਜਦ ਤੱਕ ਅਸੀਂ ਆਪਣੇ ਸਿਧਾਂਤਾਂ ਤੋਂ, ਆਪਣੀ ਫਿਲਾਸਫੀ ਨਾਲ ਨਹੀਂ ਜੁੜਾਂਗੇ, ਗੁਰਦੁਆਰਾ ਸੰਸਥਾ ਨਾਲ ਨਹੀਂ ਜੁੜਾਂਗੇ, ਸ਼ਬਦ ਗੁਰੂ ਨਾਲ ਨਹੀਂ ਜੁੜਾਂਗੇ, ਤਦ ਤੱਕ ਮੈਨੂੰ ਲੱਗਦਾ ਕਿ ਇਹ ਜਿਹੜੀ ਦਸਵੰਤ ਦੀ ਰੀਜ਼ਨੇਬਲ ਯੂਜ਼ ਜਿਹੜਾ ਹੈ ਸਹੀ ਤਰੀਕੇ ਨਾਲ ਹੋ ਸਕੇ, ਇਸ ਗੱਲ ਦਾ ਸਾਨੂੰ ਅਹਿਸਾਸ ਕਹਿ ਲਵਾਂ, ਸਮਝ ਕਹਿ ਲਵਾਂ, ਅੰਤਰਦ੍ਰਿਸ਼ਟੀ ਕਹਿ ਲਵਾਂ, ਸ਼ਾਇਦ ਨਹੀਂ ਆਏਗੀ। ਵੀ ਲਿਵ ਇਨ ਆਵਰ ਓਨ ਇਕੋ ਚੈਂਬਰ। ਅਸੀਂ ਆਪਣੇ ਵਿਚਾਰ, ਆਪਣੀ ਆਵਾਜ਼ ਆਪ ਹੀ ਸੁਣਦੇ ਹਾਂ। ਮੈਂ ਗੁਰਦੁਆਰਿਆਂ ਦੀ ਗੱਲ ਕਰ ਰਿਹਾ। ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਸੀਂ ਆਪ ਹੀ ਆਪਣੀ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਬੋਲ ਰਹੇ ਹਾਂ, ਆਪ ਹੀ ਸੁਣ ਰਹੇ ਹਾਂ। ਟ੍ਰੈਜਡੀ ਇਹੀ ਹੈ ਕਿ ਬੋਲਣ ਵਾਲੇ ਅਲਫਾਜ਼ਾਂ ਤੇ ਵਿਚਾਰਾਂ ਨੂੰ ਨਾ ਆਪ ਸਮਝ ਰਹੇ ਹਾਂ, ਨਾ ਅਮਲ ਲਿਆ ਰਹੇ ਹਾਂ, ਕੇਵਲ ਆਪਸ ਵਿੱਚ ਉਲਝ ਰਹੇ ਹਾਂ। ਔਰ ਧਿਆਨ ਰੱਖੀਏ, ਜਿਹੜੇ ਸਾਡੇ ਸਾਹਮਣੇ ਖੜੇ ਨੇ ਉਹਨਾਂ ਦੀ ਸੋਚ ਜਿੱਥੇ ਮੁੱਕਦੀ ਹੈ, ਜਿੱਥੇ ਸਾਡੀ ਸੋਚ ਮੁੱਕਦੀ ਹੈ, ਉੱਥੇ ਉਹਨਾਂ ਦੀ ਸ਼ੁਰੂ ਹੁੰਦੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਤੇ ਪੰਥ ਦੇ ਸੰਕਲਪ ਨੂੰ ਇਹ ਸਾਨੂੰ ਜ਼ਰੂਰ ਆਪਣੇ ਨਾਲ ਰੱਖੀਏ। ਹੋ ਇਹ ਰਿਹਾ ਕਿ ਸਰ ਗੁਰੂਆਂ ਨੂੰ ਦੇਹ ਰੂਪ ਵਿੱਚ ਜਾਣਨ ਦੇ ਰੁਝਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਅਨੰਤ ਗਿਆਨ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ਬਦ ਆਚਾਰ ਵਿੱਚ ਆਣਾ ਸੀ, ਸਾਡੇ ਬਿਹੇਵੀਅਰ ਵਿੱਚ ਆਣਾ ਸੀ, ਸਾਡੇ ਚਾਲ ਚੱਲਣ ਵਿੱਚ ਆਣਾ ਸੀ, ਪਰ ਅਸੀਂ ਪ੍ਰਚਾਰ ਤੇ ਪਸਾਰ ਵਿੱਚ ਸ਼ਬਦ ਨੂੰ ਹੀ ਉਲਝਾ ਦਿੱਤਾ। ਪ੍ਰਚਾਰ ਤੇ ਪਸਾਰ ਤਾਂ ਸ਼ਬਦ ਦੇ ਆਚਾਰ ਦੇ ਪਿੱਛੇ ਪਿੱਛੇ ਚੱਲਣਾ ਸੀ, ਪਰਛਾਈ ਦੀ ਤਰ੍ਹਾਂ। ਔਰ ਪ੍ਰਚਾਰ ਕਰਨਾ ਆਸਾਨ ਬੜਾ ਹੈ, ਆਚਾਰ ਕੱਢਣਾ ਮੁਸ਼ਕਲ ਹੈ, ਕਠਿਨ ਹੈ, ਅਮਲ ਮੁਖ। ਸਿੱਖ ਨੇ ਤਾਂ ਸ਼ਬਦ ਬੰਨਣਾ ਸੀ, ਉਸ ਲਈ ਤਾਂ ਸ਼ਬਦ ਨੂੰ ਸਮਝਣਾ ਸੀ, ਤੇ ਅਸੀਂ ਨਾ ਸ਼ਬਦ ਸਮਝ ਰਹੇ ਹਾਂ, ਨਾ ਅਸੀਂ ਬਣ ਪਾ ਰਹੇ ਹਾਂ। ਹੈ ਨਾ ਉਹ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਕਿ ਇੱਕ ਚੰਗਾ ਇਨਸਾਨ ਕਿਵੇਂ ਬਣਨਾ। ਹੁਣ ਦਸਵੰਧ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਏ, ਤਾਂ ਮੈਨੂੰ ਇਹਦਾ ਸਮਾਧਾਨ ਨੂੰ ਸਮਝਣ ਲਈ 500 ਸਾਲ ਪਹਿਲਾਂ ਜਿਹੜਾ ਗੁਰੂ ਨਾਨਕ ਸਾਹਿਬ ਦੀ ਸੇਧ ਨੂੰ ਧਿਆਨ ਵਿੱਚ ਰੱਖੀਏ, ਜਿਹੜੀ ਮੈਂ ਕਹੀ ਹੈ ਨਾ, ਅਕਲੀ ਪੜ੍ਹ ਕੇ ਬੂਝੀਏ ਅਕਲੀ ਕੀਚੇ ਦਾਨ। ਸੱਚ ਮੰਨਣਾ ਕਿ ਭਾਈ ਕਾਹਨ ਸਿੰਘ ਨਾਭਾ ਨੇ ਤਾਂ ਦਸਵੰਤ ਦੇ ਸਹੀ ਯੂਜ਼ ਨੂੰ ਭਾਈ ਕਾਹਨ ਸਿੰਘ ਨਾਭਾ ਹੀ ਦੱਸ ਗਏ ਨੇ। ਜਦੋਂ ਮਹਾਨ ਕੋਸ਼ ਵਿੱਚ ਗੁਰਦੁਆਰੇ ਦੀ ਪਰਿਭਾਸ਼ਾ ਹੈ, ਉਹ ਸਾਨੂੰ ਉੱਥੋਂ ਹੀ ਮਿਲ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਭਾਈ ਕਾਹਨ ਸਿੰਘ ਨਾਭਾ ਦੀ ਗੁਰਦੁਆਰੇ ਦੀ ਪਰਿਭਾਸ਼ਾ ਦੱਸਾਂ, ਇੱਕ ਗੱਲ ਮੈਂ ਜਿਹੜੀ ਜ਼ਿੰਦਗੀ ਭਰ ਗੁਰਮਤਿ ਕਾਲਜ ਵਿੱਚ ਵੀ ਤੇ ਮੈਂ ਕਦੀ ਵੀ ਕਿੱਥੇ ਵੀ ਗੱਲ ਕਰਦਾ, ਮੈਂ ਅਕਸਰ ਕਹਿਣਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹੀਏ, ਕੋਈ ਫਿਲਾਸਫੀ ਪੜ੍ਹੀਏ, ਤਾਂ ਤਿੰਨ ਗੱਲਾਂ ਦਾ ਹਮੇਸ਼ਾ ਸਾਨੂੰ ਉਸ ਗੱਲਾਂ ਨੂੰ ਧਿਆਨ ਰੱਖਣਾ ਹੈ। ਉਹ ਹੈ ਰੀਡ ਦਾ ਲਾਈਨ, ਸੈਕੰਡ ਰੀਡ ਬਿਟਵੀਨ ਦਾ ਲਾਈਨ, ਐਂਡ ਥਰਡ ਇਜ਼ ਰੀਡ ਬਿਹਾਈਂਡ ਦਾ ਲਾਈਨ। ਹੁਣ ਰਿਸਪੌਂਸਿਬਲ ਯੂਜ਼ ਨੂੰ ਬਿਹਾਈਂਡ ਦੀ ਲਾਈਨ ਦੇ ਨਾਲ ਸਮਝਣਾ ਪਏਗਾ। ਭਾਈ ਕਾਹਨ ਸਿੰਘ ਨਾਭਾ ਦੀ ਜਿਹੜੀ ਡੈਫੀਨੇਸ਼ਨ ਹੈ ਗੁਰਦੁਆਰੇ ਦੀ, ਉਸਨੂੰ ਬਿਹਾਈਂਡ ਦੀ ਲਾਈਨ ਨਾਲ ਸਮਝੀਏ। ਹੁਣ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਿਹੜੀ ਗੁਰਦੁਆਰੇ ਦੀ ਡੈਫੀਨੇਸ਼ਨ ਦਿੱਤੀ ਹੈ ਮਹਾਨ ਕੋਸ਼ ਵਿੱਚ, ਉਹ ਕਹਿੰਦੇ ਨੇ ਕਿ ਗੁਰਦੁਆਰਾ ਸਾਡਾ ਆਤਮਕ ਸੋਮਾ ਤਾਂ ਹੈ ਹੀ, ਉੱਥੇ ਆਤਮਕ ਸੋਮਾ ਦਾ ਪ੍ਰਸਾਰ ਤਾਂ ਹੋ ਰਿਹਾ ਸ਼ਬਦ ਗੁਰੂ ਦੇ ਰੂਪ ਵਿੱਚ। ਇਸ ਤੋਂ ਇਲਾਵਾ ਗੁਰਦੁਆਰਾ ਭੁੱਖੇ ਲਈ ਅੰਨਾਪੂਰਨ ਹੈ, ਰੋਗੀ ਲਈ ਦਵਾਖਾਨਾ ਹੈ। ਇਹ ਗੁਰਦੁਆਰੇ ਦੀ ਡੈਫੀਨੇਸ਼ਨ ਦੱਸ ਰਹੇ ਨੇ। ਭੁੱਖੇ ਲਈ ਅੰਨਾਪੂਰਨ ਹੈ, ਰੋਗੀ ਲਈ ਦਵਾਖਾਨਾ ਹੈ, ਯਾਤਰੀ ਲਈ ਰਹਿਣ ਬਸੇਰਾ ਹੈ, ਅਨਪੜ੍ਹ ਲਈ ਪਾਠਸ਼ਾਲਾ ਹੈ। ਯਾਨੀ ਗੁਰਦੁਆਰੇ ਵਿੱਚ ਆਤਮਿਕ ਗਿਆਨ ਦੇ ਨਾਲ ਨਾਲ, ਆਤਮਿਕ ਗਿਆਨ ਤੋਂ ਇਲਾਵਾ ਲੰਗਰ ਦਾ ਪ੍ਰਬੰਧ, ਦਵਾਈਆਂ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ ਤੇ ਸਕੂਲ ਦਾ ਪ੍ਰਬੰਧ, ਪਾਠਸ਼ਾਲਾ ਦਾ ਪ੍ਰਬੰਧ। ਹੁਣ ਇਸ ਨੂੰ ਅਸੀਂ ਬਿਹਾਈਂਡ ਦੀ ਲਾਈਨ ਸਮਝਣਾ ਹੈ ਕਿ ਅੱਜ ਜਿਹੜੇ ਸੈਂਚੁਰੀ ਵਿੱਚ, ਜਿਹੜੀ ਸ਼ਤਾਬਦੀ ਵਿੱਚ ਅਸੀਂ ਜੀ ਰਹੇ ਹਾਂ, ਉਹ ਅਸੀਂ ਦਰਅਸਲ ਦਸਵੰਤ ਸੇਵਾ ਦੇ ਨਾਲ ਜੁੜਿਆ ਹੈ। ਔਰ ਸੇਵਾ ਜਿਹੜੀ ਹੈ, ਜਿਸ ਸੇਵਾ ਦੇ ਕਨਸੈਪਟ ਦੇ ਨਾਲ ਕ੍ਰਿਸਚੀਅਨਿਟੀ ਪੂਰੇ ਵਰਲਡ ਦੇ ਵਿੱਚ ਆ ਗਈ, ਉਸ ਸੇਵਾ ਨੂੰ ਅਸੀਂ ਗੁਰਦੁਆਰੇ ਦੀ ਚਾਰ ਦੀਵਾਰੀ ਤੱਕ ਸੀਮਤ ਕੀਤਾ ਹੋਇਆ। ਔਰ ਧਿਆਨ ਰੱਖੀਏ, ਜਿਹੜੀ ਸੇਵਾ, ਚਾਹੇ ਉਹ ਜੋੜਿਆਂ ਦੀ ਸੇਵਾ ਹੈ, ਚਾਹੇ ਉਹ ਲੰਗਰ ਦੀ ਸੇਵਾ ਹੈ,
ਚਾਹੇ ਉਹ ਬਰਤਨਾਂ ਦੀ ਸੇਵਾ ਹੈ, ਉਹ ਸੇਵਾ ਗੁਰਦੁਆਰੇ ਦੇ ਪ੍ਰਬੰਧ ਦਾ ਹਿੱਸਾ ਬਣ ਚੁੱਕੀ ਆ। ਅੱਜ ਸਾਨੂੰ ਕੁਝ ਨਵਾਂ ਸੋਚਣਾ ਪਏਗਾ। ਸਾਨੂੰ ਇਹ ਦਸਵੰਧ ਦੇ ਜਿਹੜਾ ਸਿਧਾਂਤ ਹੈ ਜਾਂ ਸੇਵਾ ਦਾ ਸਿਧਾਂਤ ਹੈ, ਇਸ ਨੂੰ ਪੂਰੇ ਵਿਸ਼ਵ ਦੇ ਵਿੱਚ ਲਿਜਾਣਾ ਹੈ। ਉਸ ਲਈ ਸਾਨੂੰ ਬਿਹਾਈਂਡ ਦੀ ਲਾਈਨ, ਇਹ ਜਿਹੜੀ ਭਾਈ ਕਾਹਨ ਸਿੰਘ ਨਾਭਾ ਦੀ ਡੈਫੀਨੇਸ਼ਨ ਹੈ, ਉਸ ਲਈ ਸਾਨੂੰ ਇਹ ਡੈਫੀਨੇਸ਼ਨ ਨੂੰ ਸਮਝਣਾ ਪਏਗਾ। ਹੁਣ ਰਿਸਪੌਂਸਿਬਲ ਯੂਜ਼ ਆਫ ਦਸਵੰਧ ਉੱਥੇ ਖਰਚ ਹੋਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਆਦਰਸ਼ਾਂ ਨੂੰ ਹਾਸਲ ਕਰਨ ਦੀ ਜਿਸ ਨਾਲ ਭਾਵਨਾ ਪੈਦਾ ਹੋਵੇ। ਗੁਰ ਕੀ ਸੇਵਾ ਸ਼ਬਦ ਵਿਚਾਰ। ਅੱਜ ਜ਼ਰੂਰਤ ਇਸ ਰਿਸਪੌਂਸਿਬਲ ਜਾਂ ਰੀਜ਼ਨੇਬਲ ਜਾਂ ਰਿਸਪੌਂਸਿਬਲ ਯੂਜ਼ ਜਿਹੜਾ ਹੈ, ਇਹ ਉੱਥੇ ਹੋਵੇ ਜਿਸ ਨਾਲ ਪੂਰੀ ਕੌਮ ਦੇ ਵਿੱਚ ਇਲਮ ਤੇ ਕੌਮ ਦੀ ਸੁਰਤ ਉੱਚੀ ਹੋਵੇ। ਐਸੀਆਂ ਇੰਸਟੀਟਿਊਸ਼ਨਾਂ ਹੋਣ। ਅੱਜ ਜ਼ਰੂਰਤ ਉਸ ਦਸਵੰਧ ਦੇ ਪੈਸੇ ਦੇ ਨਾਲ ਉਸ ਇੰਸਟੀਟਿਊਸ਼ਨ ਦੀ ਹੈ ਜਿਸ ਨਾਲ ਆਪਣੀ ਨਵੀਂ ਪਨੀਰੀ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਈ ਜਾ ਸਕੇ, ਜਿਸ ਨਾਲ ਵਾਤਾਵਰਣ ਦੀ ਸੰਭਾਲ ਹੋਵੇ, ਜਿਸ ਨਾਲ ਕੌਮ ਦੇ ਬੱਚਿਆਂ ਤੇ ਨੌਜਵਾਨਾਂ ਵਿੱਚ ਆਪਣੇ ਸੱਭਿਆਚਾਰੀ, ਆਪਣੀ ਬੋਲੀ ਤੇ ਚੰਗੇ ਕਿਰਦਾਰਾਂ ਦਾ ਮੁਜ਼ਾਹਰਾ ਕਰ ਸਕਣ। ਦੇਖੋ, ਅੱਜ ਇੱਕ ਬੜੀ ਵੱਡੀ ਪ੍ਰੋਬਲਮ ਜਿਹੜੀ ਕੌਮ ਫੇਸ ਕਰ ਰਹੀ ਹੈ, ਔਰ ਇਹ ਚਿੰਤਾ ਦਾ ਵਿਸ਼ਾ ਵੀ ਹੈ, ਚਿੰਤਨ ਦਾ ਵੀ ਹੈ, ਕਿ ਸਾਡੇ ਨੌਜਵਾਨ, ਸਾਡੇ ਬੱਚੇ ਆਪਣੀ ਭਾਸ਼ਾ ਤੋਂ, ਆਪਣੀ ਦਿੱਖ ਤੋਂ, ਆਪਣੇ ਸੱਭਿਆਚਾਰ ਤੋਂ, ਆਪਣੇ ਇਸ਼ਟ ਤੋਂ ਦੂਰ ਹੋ ਰਹੇ ਨੇ। ਔਰ ਇਹ ਐਸੀ ਸਮੱਸਿਆ ਹੈ ਜਿਸ ਦਾ ਸਿੱਧਾ ਸੰਬੰਧ ਸਾਡੀ ਹਸਤੀ ਤੇ ਸਾਡੀ ਹੋਂਦ ਨਾਲ ਹੈ। ਇਸ ਲਈ ਸਾਡੇ ਇਹ ਜਿਹੜਾ ਦਸਵੰਧ, ਜਿਹੜੀ ਗੁਰੂ ਦੀ ਗੋਲਕ ਹੈ, ਇਹ ਗਰੀਬ ਦਾ ਮੂੰਹ ਕਿਹਾ ਗਿਆ, ਇਹਨੂੰ ਵੀ ਬਿਹਾਈਂਡ ਦੀ ਲਾਈਨ ਸਮਝੀਏ। ਇਹ ਅਧਿਆਤਮਕ ਦੀ ਦੁਨੀਆ ਦੇ ਵਿੱਚ ਗਰੀਬ ਉਹ ਹੈ, ਉਹ ਕਹਿੰਦੇ ਨੇ ਕਿ ਅੱਜ ਜਿਹਦੇ ਵਿੱਚ ਸਮਝ ਨਹੀਂ ਹੈ, ਜਿਹਦੇ ਵਿੱਚ ਵਿਜ਼ਡਮ ਨਹੀਂ ਹੈ। ਇਸ ਲਈ ਅੱਜ ਜ਼ਰੂਰਤ ਇਸ ਦਸਵੰਧ ਦੀ ਉਸ ਤੇ ਖਰਚ ਹੋਵੇ ਜਿਸ ਦੇ ਵਿੱਚ ਬੱਚੇ ਆਪਣੇ ਚੰਗੇ ਕਿਰਦਾਰ ਦਾ ਮੁਜ਼ਾਹਰਾ ਕਰ ਸਕਣ। ਐਸੀਆਂ ਇੰਸਟੀਟਿਊਸ਼ਨਾਂ ਹੋਣ ਜਿਸ ਨਾਲ ਅੱਜ ਦੇ ਬੱਚੇ ਆਪਣੇ ਵੱਡੇ ਵਡੇਰਿਆਂ ਦਾ, ਆਪਣੇ ਮਾਤੇ ਪਤਿਆਂ ਦਾ ਸਤਿਕਾਰ ਕਰਨ, ਉਹਨਾਂ ਦੀ ਦੇਖਭਾਲ ਕਰਨ। ਅੱਜ ਮੈਨੂੰ ਲੱਗਦਾ ਹੈ ਅਸੀਂ ਤਾਂ ਦਸਵੰਧ ਦੇ ਵਿਸ਼ੇ ਦੇ ਉੱਤੇ ਇਹ ਵੀ ਕਿਹਾ ਕਿ ਅੱਜ ਬਜ਼ੁਰਗਾਂ ਦੇ, ਵੱਡੇ ਵਡੇਰਿਆਂ ਦਾ ਸਤਿਕਾਰ ਨਹੀਂ ਹੋ ਰਿਹਾ। ਬੱਚੇ ਦੇ ਡੋਂਟ ਕੇਅਰ, ਦੇ ਡੋਂਟ ਓਬੇ देयर ਪੇਰੈਂਟਸ। ਤੇ ਅਸੀਂ ਕਿਹਾ ਕਿ ਬੜੇ ਬਜ਼ੁਰਗ, ਜਿਹਨਾਂ ਨੂੰ ਮੈਂ ਪਰਸਨਲ ਅਨੁਭਵ ਨਾਲ ਕਹਿਣਾ, ਉਹ ਇਸੇ ਗੱਲ ਤੇ ਹੀ ਤਰਸ ਰਹੇ ਨੇ ਕਿ ਸਾਡੇ ਬੱਚੇ ਸਾਡੇ ਕੋਲ ਆ ਕੇ 5-10 ਮਿੰਟ ਬੈਠਣ। ਦੇ ਡੋਂਟ ਹੈਵ ਟਾਈਮ। ਅਸੀਂ ਕਿਹਾ ਬਜ਼ੁਰਗਾਂ ਨੂੰ ਆਪਣੇ ਟਾਈਮ ਦਾ ਵੀ ਦਸਵੰਧ ਦਿਓ। ਅੱਜ ਸਾਨੂੰ ਅਕਲ ਦਾ, ਸਮਝ ਦਾ, ਰਸੂਖ ਦਾ, ਸਹਿਜ ਦਾ, ਆਪਸੀ ਪ੍ਰੇਮ ਪਿਆਰ ਦਾ ਦਸਵੰਧ ਵੀ ਦੇਣਾ ਪਏਗਾ। ਤੋ ਕੌਮ ਨੂੰ ਸੂਝ ਦੇਣ ਦੀ, ਏਕਤਾ ਦੇਣ ਦੀ ਜ਼ਰੂਰਤ ਹੈ। ਸ਼ਰਧਾ ਤੇ ਜਜ਼ਬਾਤਾਂ ਦੀਆਂ ਜਿਹੜੀਆਂ ਅੱਖਾਂ, ਉਹ ਬੰਦ ਕਰਕੇ ਅਕਲ ਤੇ ਸਿਆਣਪ ਦੀਆਂ ਅੱਖਾਂ ਦੀ ਵਰਤੋਂ ਕਰਨ ਦੀ ਬਹੁਤ ਜ਼ਰੂਰਤ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਜ਼ਮਾਨੇ ਨਾਲ ਚੱਲਣ ਲਈ ਟੈਕਨੀਕ, ਆਈਡੀਓਲੋਜੀ ਤੇ ਟੈਕਨੋਲੋਜੀ, ਇਹ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਦਸਵੰਧ ਦਾ ਰੀਜ਼ਨੇਬਲ ਜਾਂ ਰਿਸਪੌਂਸਿਬਲ ਯੂਜ਼ ਜਿਹੜਾ ਹੈ, ਮੈਨੂੰ ਲੱਗਦਾ ਸਾਨੂੰ ਐਸੀਆਂ ਸੰਸਥਾਵਾਂ ਕ੍ਰੀਏਟ ਕਰਨੀਆਂ ਪੈਣਗੀਆਂ। ਦੇਖੋ, ਅੱਜ ਦੀ ਦੁਨੀਆ ਗਿਆਨ ਤੇ ਸੰਚਾਰ ਦੀ ਕ੍ਰਾਂਤੀ ਵਿੱਚੋਂ ਲੰਘ ਰਹੀ ਹੈ। ਗਿਆਨ ਤੇ ਟੈਕਨੋਲੋਜੀ ਦੇ ਵਿਕਾਸ ਨਾਲ ਜੋ ਨਵਾਂ ਸਮਾਜ ਉੱਭਰ ਰਿਹਾ ਹੈ, ਉਸ ਨੂੰ ਇਨਫੋਰਮੇਸ਼ਨ ਸੋਸਾਇਟੀ, ਜਾਂ ਕਹਿ ਲਵਾਂ ਗਲੋਬਲ ਇਨਫੋਰਮੇਸ਼ਨ ਸੋਸਾਇਟੀ ਕਿਹਾ ਜਾ ਰਿਹਾ ਹੈ। ਔਰ ਐਸੇ ਸਮਾਜ ਦੀ ਸਿਰਜਣਾ ਹੋਣ ਜਾ ਰਹੀ ਹੈ ਜਿਸ ਦਾ ਕਦਰਾਂ ਕੀਮਤਾਂ ਨਾਲ ਜਾਂ ਵੈਲਿਊਜ਼ ਨਾਲ, ਮੋਰੈਲਿਟੀ ਆਦਿ ਨਾਲ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਹੀਂ ਹੈ। ਐਸਾ ਸਮਾਜ ਬਣ ਗਿਆ ਹੈ ਔਰ ਬਣ ਰਿਹਾ ਹੈ। ਦੁਨੀਆ ਦੀ ਆਬਾਦੀ 800 850 ਕਰੋੜ ਹੈ। ਹਰ ਇੱਕ ਦੇ ਏਜੰਡੇ ਅਲੱਗ-ਅਲੱਗ ਹੋ ਸਕਦੇ ਨੇ, ਪਰ ਦੁਨੀਆ ਦੇ ਕਿਸੇ ਮੈਨੀਫੈਸਟੋ ਵਿੱਚ, ਕਿਸੇ ਕਿਤਾਬ ਵਿੱਚ ਇਹਨਾਂ ਏਜੰਡਿਆਂ ਦਾ ਜਵਾਬ ਨਹੀਂ ਹੈ, ਤੇ ਨਾ ਹੀ ਕੋਈ ਵਰਡ ਹੈਗੇ, ਸ਼ਬਦ ਨੇ। ਤਾਂ ਇਸ ਜਗਤ ਵਿੱਚ ਅੱਜ ਦੇਖੋ, ਆਪਾਂ ਜਿਹੜੀ ਬਹੁਤ ਵੱਡੀ ਇੱਕ ਸਮੱਸਿਆ, ਇਰਰੈਲੀਵੈਂਟ ਤੇ ਅਨਐਥੀਕਲ ਜਿਹੜੀਆਂ ਇਨਫੋਰਮੇਸ਼ਨ ਦੀ ਸੁਨਾਮੀ ਆਈ ਹੋਈ ਹੈ। ਤਾਂ ਅੱਜ ਆਤਮਕ ਤੌਰ ਤੇ ਸਾਨੂੰ ਚਾਹੀਦਾ ਹੈ ਕਿ ਐਸੀਆਂ ਇੰਸਟੀਟਿਊਸ਼ਨਾਂ ਹੋਣ ਜਿਸ ਨਾਲ ਸਾਡੀ ਪਨੀਰੀ, ਅਸੀਂ ਆਤਮਕ ਤੌਰ ਤੇ ਕਾਮਯਾਬ ਹੋਈਏ। ਔਰ ਆਤਮਕ ਤੌਰ ਤੇ ਕਾਮਯਾਬ ਉਹ ਵਿਅਕਤੀ ਹੋ ਸਕਦਾ ਹੈ ਜਿਹੜਾ ਸੋਸ਼ਲ ਮੀਡੀਆ ਦੇ ਪੋਜ਼ਿਟਿਵ ਤੇ ਨੈਗੇਟਿਵ ਇਨਫੋਰਮੇਸ਼ਨ ਦੀ ਸਹੀ ਤੇ ਸਮਝ ਰੱਖੇਗਾ। ਅੱਜ ਸਹੀ ਜਿਹੜੀ ਹੈ
सही ते स्पष्ट समझ ही अज सता है। जे अपनी कौम नूं सर्वाइव करना है तां मैनूं लगदा है कि सानूं जिहड़ा इंटलैक्ट है ना, उस इंटलैक्ट नूं जो है एक तरीके दा उहदी फैक्टरी खोलनी पेगी। तो इस संबंध विच या इस संदर्भ दे विच शब्द गुरु भाव नाम जपन तो प्राप्त होने वाली जिहड़ी अंतरदृष्टि है, इस नवे युग नूं समझण ते कंस्ट्रक्ट करन लई बड़ा सहाई हो सकदा है। इसलिए मैनूं लगदा है कि जिहड़ी मैं 3 गल्लां कहीआं ने, रीड द लाइन, रीड बिटवीन द लाइन, रीड बिहाइंड द लाइन, या कह लवां कि देखो गुरु नानक साहब ने शब्द गुरु नूं अपना गुरु कहा सी, और ऐस शब्द गुरु एक ऐसी कुंजी है, एक ऐसा मॉडल है जो अपने आसपास अपने चौगिरदे की हर तब्दीली प्रति जागरूक है, संवेदनशील है। शब्द गुरु तो प्राप्त होने वाली अंतरदृष्टि या मैं कह लवां रूहानी चेतना नाम जपन की प्रैक्टिस राही ही मिल सकती है। एक गुरु नानक साहब का मैं कह लवां गुरु ग्रंथ साहब का मनोविग्यानक नियम है। एक मैनू तुहाडे नाल गल करदे करदे ही एक गल ध्यान आई है कि एक बाइबल की कोट है, द फर्स्ट बुक, द फर्स्ट चैप्टर, द फर्स्ट वर्स बाइबल का, वो कहते गॉड said let there be light and there was light। हुण लाइट ज्ञान का प्रतीक है, विजडम का प्रतीक है, ते गुरु ग्रंथ साहब नूं असीं लाइट हाउस ऑफ ह्यूमैनिटी कहंदे हां, शब्द गुरु कहंदे हां। ते गुरु नानक साहब ने शब्द नूं गुरु किया, और शब्द गुरु सुरत धुन चेला की गल की, ते 10वें पातशाह ने शब्द नूं गुरता दे दी। शब्द ज्ञान है, शब्द विजडम है। और ध्यान रखिए, गुरु नानक दा स्कूल गुरुद्वारा संस्था इत्थे जदों असीं जांदे हां, सरीरक तौर ते जांदे हां, जे गुरुद्वारे जाके सुरत शब्द दे विच नहीं जोड़ी तां फिर गुरु नानक दे स्कूल दे विच प्रेजेंट नहीं लगनी, क्योंकि गुरु नानक साहब ने चेला सुरत नूं कहा, इस बॉडी नूं नहीं कहा। तो गुरु ग्रंथ साहब का बयान फरमान है ना, बिन बूझे सब होए ख्वार। सानू जरूरत है जैसे स्कूल ऑफ थॉट दी, जिस नाल यंगस्टर्स का माइंड बदलिया जा सके। वो स्कूल ऑफ थॉट गुरु ग्रंथ साहब जिहड़ी है वो शब्द गुरु है, क्योंकि गुरु ग्रंथ साहब रिफ्लैक्टिंग, गुरु ग्रंथ साहब की जिहड़ी रिफ्लैक्टिव लर्निंग है, उस लर्निंग नाल ट्रांसफॉर्मेशन की गल होनी है ना। किड्डा खूबसूरत फरमान, जै ज्ञान प्रगास अज्ञान मिटंत। तो सिक्खी सोच नूं बदलना पवेगा। सिख कोलों गुरुद्वारे इमारतां ते लंगरां लई, सोने दियां पालकियां लई, रुमालियां लई जितना मर्जी पैसा ले लो। सच्ची गल है, सिख इंस्टीट्यूशनस लई, स्कूलां लई, टैक्नीकल इंस्टीट्यूशनां लई मेरा पर्सनल अनुभव है, उस लई पैसा नहीं देते। तो एजुकेशन इंस्टीट्यूशन लई सानू उधर सानू ध्यान देना पएगा। इसलिए मैनू लगता है कि इन्हां संस्थावां दे विच जिहड़े मैनेजमेंट है, सच गल तो है कि जिहड़ी गुरु की गोलक है, जिहड़ा दसवंत उत्थे गोलक विच जांदा है, उहदा सही यूज तां ही हो सकता है जे उत्थों दे मैनेजमेंट दे जिहड़े मैंबर ने, जिन्हां ने मैनेज करना है, वो ईमानदार होण, वो पढ़े लिखे होण, वो गुरमत दे धारनी होण। और उस लई मैनू लगता है कि एक बड़े वड्डी अवेयरनैस दी आंधी लियानी पेगी। जिहड़ी जागृति गुरु नानक साहब ने शुरू की, इस तरह की जागृति जिहड़ी है वो बड़ी जरूरत है। असी जागदे होए भी अज बर्मा दे विच सुते होए हां। मैं एक 1838 दी एक निर्मला भाई मोहरी सिंह भरमतोड़ सिंह किताब पढ़ी सी, उसका नाम किताब का भरमतोड़ सिंह है, 1838 दी। और उसके पहले पेज ते लिखा सी कि दुनिया का सब तो वड्डा भरम अज्ञानता है। सानू अज्ञानता तो बाहर निकलन लई ऐसियां इंस्टीट्यूशन, और वो इंस्टीट्यूशन गुरुद्वारा है, वो है ना गुरु नानक साहब का कि विद्या विचारी तो परोपकारी। केड़ी विद्या है? ऐसी विद्या जिस विद्या दे नाल
ਉਸ ਨੂੰ ਜਾਣਿਆ ਜਾ ਸਕਦਾ ਹੈ ਜੋ ਬ੍ਰਹਮ ਨੂੰ ਜਾਣਦਾ ਹੈ। ਤੋ ਮੈਂ ਤੁਹਾਡਾ ਜਿਹੜਾ ਵਿਸ਼ਾ ਅੱਜ ਦਾ, ਇਸ ਵਿਸ਼ੇ ਦਾ ਅਗਰ ਨਟਸ਼ੈਲ ਕਰਾਂ ਕਿ ਇੱਕ ਰੀਜ਼ਨੇਬਲ ਔਰ ਜਿਹੜਾ ਯੂਜ਼ ਹੈ ਦਸਵੰਤ ਦਾ, ਉਹ ਯੂਜ਼ ਤਾਂ ਮੈਨੂੰ ਲੱਗਦਾ ਕਿ ਐਸੀ ਇੱਕ ਸੰਸਥਾ ਜਿਵੇਂ ਤੁਹਾਡੀ ਇਹ ਬਣੀ ਹੋਈ ਹੈ, ਸਾਡੀ ਇਹ ਸੰਸਥਾ, ਜਿਸ ਸੰਸਥਾ ਦੇ ਵਿੱਚ ਅਸੀਂ ਇਹ ਅੱਜ ਵਿਚਾਰ ਕਰ ਰਹੇ ਹਾਂ, ਚਿੰਤਨ ਕਰ ਰਹੇ ਹਾਂ, ਐਸੀਆਂ ਸੰਸਥਾਵਾਂ ਸਾਨੂੰ ਮੈਂ ਸਮਝਦਾ ਕਿ ਇਹਨਾਂ ਸੰਸਥਾਵਾਂ ਨੂੰ ਹੀ ਅਸੀਂ ਇਸ ਨੂੰ ਐਕਸਪੈਂਡ ਕਰੀਏ। ਔਰ ਜਿਹੜੀ ਤੁਸੀਂ ਹੁਣੇ ਆਪਣੀ ਇੰਟਰੋਡਕਸ਼ਨ ਦੇ ਵਿੱਚ ਵੂਮਨ ਐਮਪਾਵਰਮੈਂਟ ਦੀ ਗੱਲ ਕੀਤੀ, ਤਾਂ ਜਿਹੜਾ ਇਸਤਰੀ ਦਾ ਸਭ ਤੋਂ ਪਵਿੱਤਰ ਰੂਪ ਜਿਹੜਾ ਹੈ ਉਹ ਮਾਂ ਦਾ, ਉਹ ਮਾਵਾਂ ਨੂੰ ਉਹ ਹੈ ਨਾ ਜਾਗ ਸਲੋਨੜੀਏ, ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਹ ਕਿਹੜੀ ਨੀਂਦ ਤੋਂ ਜਗਾ ਰਹੇ ਸੀ, ਇਹ ਨੀਂਦ ਤੋਂ ਜਗਾ ਰਹੇ ਸੀ ਅਵੇਅਰਨੈਸ ਤੇ ਆਵੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਮਾਂ ਇੱਕ, ਵੈਸੇ ਜਦੋਂ ਸਿਰਫ ਮਾਂ ਨਹੀਂ ਕਹਿਣਾ ਚਾਹੀਦਾ, ਮਾਂ ਤੇ ਮਾਂ ਬਾਪ ਦੋਨਾਂ ਦੀ ਰਿਸਪੌਂਸਿਬਿਲਿਟੀ ਹੈ। ਔਰ ਉਸ ਤੋਂ ਬਾਅਦ ਇੰਸਟੀਟਿਊਸ਼ਨ, ਗੁਰਦੁਆਰਾ ਇੰਸਟੀਟਿਊਸ਼ਨ ਦੀ, ਕਿਉਂਕਿ ਇੰਸਟੀਟਿਊਸ਼ਨਸ ਦੇ ਅੰਡਰ ਸਾਡੀਆਂ ਐਜੂਕੇਸ਼ਨ ਜਿਹੜੇ ਨੇ ਉਹ ਸਿਸਟਮ ਸਾਰਾ ਉਸ ਦੇ ਉੱਤੇ, ਉਹਨਾਂ ਇੰਸਟੀਟਿਊਸ਼ਨਾਂ ਦੇ ਉੱਤੇ ਹੈ। ਤੋ ਇਸ ਲਈ ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਅੱਜ ਦਾ ਇਹ ਵਿਸ਼ਾ ਹੈ ਬੜਾ ਮਹੱਤਵਪੂਰਨ ਹੈ। ਇਸ ਵੱਲ ਸਾਨੂੰ ਗੁਰਦੁਆਰਿਆਂ ਦੇ ਜਿਹੜੇ ਮੈਨੇਜਮੈਂਟ ਨੇ ਉਹਨਾਂ ਉਹਦੇ 'ਚ ਬੜਾ ਵੱਡਾ ਚੇਂਜ ਲਿਆਉਣ ਲਈ, ਕਿਉਂਕਿ ਹੋ ਇਹ ਰਿਹਾ ਕਿ ਇਲੈਕਸ਼ਨ ਸਿਸਟਮ ਨਾਲ ਮੈਨੇਜਮੈਂਟ ਆ ਰਿਹਾ ਹੈ, ਔਰ ਦਿਸ ਇਲੈਕਸ਼ਨ ਸਿਸਟਮ ਹੈਜ਼ ਰਿਊਨਡ ਅਸ। ਜਿਹਦੇ ਕੋਲ ਸਾਧਨ ਨੇ ਉਹ ਇਹਨਾਂ ਇੰਸਟੀਟਿਊਸ਼ਨਾਂ ਦੇ ਵਿੱਚ ਹੈੱਡ ਬਣ ਰਹੇ ਨੇ, ਉਹ ਗੁਰਦੁਆਰਿਆਂ ਦੇ ਪ੍ਰਧਾਨ ਬਣ ਰਹੇ ਨੇ, ਗਲੀ ਗਲੀ ਵਿੱਚ ਗੁਰਦੁਆਰਾ ਹੈ, ਗਲੀ ਗਲੀ ਦੇ ਵਿੱਚ ਜੋ ਹੈ ਉਹ ਡਿਵੀਜ਼ਨ ਹੈ ਸਿੱਖ ਵਿੱਚ। ਜਿਸ ਕਰਕੇ ਮੈਨੂੰ ਲੱਗਦਾ ਕਿ ਅੰਦਰ ਜਿਵੇਂ ਨਾ ਲੱਕੜੀ ਨੂੰ ਗੁਣ ਲੱਗਦਾ ਨਾ, ਇਸ ਤਰ੍ਹਾਂ ਅੰਦਰ ਗੁਣ ਲੱਗਿਆ ਹੈ। ਔਰ ਬੜੀ ਇਸ ਬਾਰੇ ਚਿੰਤਾ ਹੈ, ਲੇਕਿਨ ਜਦੋਂ ਇਸ ਸਿਸਟਮ ਨੂੰ ਦੇਖਦੇ ਹਾਂ, ਇਹ ਸਿਸਟਮ ਅਸੀਂ ਆਪ ਮੰਗਿਆ ਸੀ, ਇਲੈਕਸ਼ਨ ਸਿਸਟਮ, ਔਰ ਇਹਨਾਂ ਗੁਰਦੁਆਰੇ ਜਿਹੜੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਆਈਡੀਅਲ ਬਣਾਇਆ ਜਾਵੇ। ਮੈਨੂੰ ਲੱਗਦਾ ਕਿ ਇੱਕ ਵਿਸ਼ਾ ਇਹ ਵੀ ਹੋਣਾ ਚਾਹੀਦਾ ਕਿ ਗੁਰਦੁਆਰੇ ਮੈਨੇਜਮੈਂਟ ਨੂੰ ਆਈਡੀਅਲ ਕਿਵੇਂ ਬਣਾਇਆ ਜਾਵੇ। ਉਸ ਲਈ ਬੜੀ ਵੱਡੀ, ਮੈਂ ਸਮਝਦਾ ਕਿ ਇੱਕ ਬੜੀ ਵੱਡੀ ਅਵੇਅਰਨੈਸ ਦੀ ਜ਼ਰੂਰਤ ਹੈ। ਜਿਵੇਂ ਸਿੰਘ ਸਭਾ ਲਹਿਰ 150 ਸਾਲ ਹੋਣੇ ਅਸੀਂ ਮਨਾ ਰਹੇ ਹਾਂ, ਇਸ ਤਰ੍ਹਾਂ ਦਾ ਕੋਈ ਸਾਨੂੰ ਜੋ ਹੈ ਪ੍ਰਯਾਸ ਕਰਨਾ ਪਏਗਾ। ਤਾਂ ਮੈਂ ਸਮਝਦਾ ਕਿ ਦਸਵੰਤ ਦਾ ਜਿਹੜਾ ਸਹੀ ਜਿਹੜਾ ਰੀਜ਼ਨੇਬਲ ਯੂਜ਼ ਹੈ ਉਹ ਲੋੜਵੰਦ ਤੱਕ ਪਹੁੰਚਣਾ ਚਾਹੀਦਾ ਹੈ। ਲੇਕਿਨ ਜਿਹੜੀਆਂ ਸਾਡੀਆਂ 4-5 ਜਿਹੜੀਆਂ ਬੜੀਆਂ ਵੱਡੀਆਂ ਇੰਸਟੀਟਿਊਸ਼ਨਸ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਹੈ, ਚਾਹੇ ਉਹ ਦਿੱਲੀ ਕਮੇਟੀ ਹੈ, ਪਟਨਾ ਸਾਹਿਬ ਦੀ ਹੈ, ਹਜ਼ੂਰ ਸਾਹਿਬ ਦੀ ਹੈ, ਹੁਣ ਹਰਿਆਣਾ ਦੀ ਵੀ ਹੋ ਗਈ, ਇੱਥੇ ਇਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਡਾ ਕੀ ਰੋਲ ਹੋ ਸਕਦਾ ਹੈ, ਕਿਵੇਂ ਅਸੀਂ ਇਹਨਾਂ ਨੂੰ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਸਾਨੂੰ ਉਸ ਵੱਲ ਵੀ ਧਿਆਨ ਦੇਣਾ ਚਾਹੀਦਾ। ਤੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰਾ ਟਾਈਮ ਸ਼ਾਇਦ ਹੋ ਗਿਆ। ਤੇ ਦਸਵੰਤ ਦੀ ਜਿਹੜੀ ਇੱਕ ਸੰਸਥਾ, ਇੱਕ ਬੜੀ ਪਵਿੱਤਰ ਸੰਸਥਾ ਹੈ, ਔਰ ਹਰ ਸਿੱਖ ਜਿਹਦੇ ਕੋਲ ਭਾਵੇਂ ਕੋਈ ਅਫੋਰਡ ਨਹੀਂ ਵੀ ਕਰ ਸਕਦਾ, ਫਿਰ ਵੀ ਗੁਰਦੁਆਰੇ ਜਾਂਦਾ ਤੇ ਗੋਲਕ ਵਿੱਚ ਜ਼ਰੂਰ ਕੁਛ ਨਾ ਕੁਛ ਪਾਉਂਦਾ। ਉਸ ਯੂਜ਼ ਨੂੰ ਬਿਲਕੁਲ ਆਈਡੀਅਲ ਤਰੀਕੇ ਨਾਲ, ਉਸ ਪੈਸੇ ਨੂੰ ਜੋ ਹੈ ਉਹ ਲੋੜਵੰਦ ਤੱਕ ਪਹੁੰਚਣਾ ਚਾਹੀਦਾ। ਇਹ ਸਾਡੇ ਗੁਰੂਆਂ ਦੇ ਸਿਧਾਂਤ ਨੇ, ਇਹ ਸਾਨੂੰ ਗੁਰੂਆਂ ਨੇ ਸਿਖਾਇਆ। ਵਾਹਿਗੁਰੂ ਜੀ।